Friends and viewers, my name is Gurpreet Kaur. I am your IELTS trainer. How are you? I think you are doing good and I am also extremely fine. In today's video, I am going to talk regarding how we can write the different lines in a pie chart to score good bands and to score your perfect band above 7. ਅਬਵ 7 ਬੈਂਡਸ ਦੇ ਲੈਣ ਦੇ ਲਈ ਰਾਈਟਿੰਗ ਟਾਸਕ 1 ਦੇ ਵਿੱਚ ਤੁਸੀਂ ਕਿਵੇਂ ਲਾਈਨਸ ਨੂੰ ਲਿਖ ਸਕਦੇ ਆ ਪਾਈ ਚਾਰਟ ਦੇ ਵਿੱਚ ਡਿਫਰੈਂਟ ਤਰੀਕਿਆਂ ਦੇ ਨਾਲ। ਇੱਕੋ ਹੀ ਲਾਈਨ ਨੂੰ ਆਪਾਂ 5 ਤਰੀਕਿਆਂ ਨਾਲ ਕਿਵੇਂ ਅਲੱਗ-ਅਲੱਗ ਤਰੀਕੇ ਨਾਲ ਲਿਖ ਸਕਦੇ ਆ ਤਾਂ ਕਿ ਤੁਹਾਨੂੰ ਕੀ ਆ ਵਧੀਆ ਬੈਂਡ ਸਕੋਰਸ ਆ ਸਕਣ, ਕਿਉਂਕਿ ਰਾਈਟਿੰਗ ਦੇ ਵਿੱਚ ਕੀ ਵੈਰਾਈਟੀ ਇੰਪੋਰਟੈਂਟ ਹੁੰਦੀ ਆ। ਵੈਰਾਈਟੀ ਅਲੋਂਗ ਵਿਦ ਐਕੂਰੇਸੀ ਇੰਪੋਰਟੈਂਟ ਹੁੰਦੀ ਹੈ। ਜੇ ਆਪਾਂ ਵੈਰਾਈਟੀ ਅਤੇ ਐਕੂਰੇਸੀ ਦੇ ਰਹੇ ਹਾਂ ਤਾਂ ਆਪਾਂ ਨੂੰ ਕੀ ਵਧੀਆ ਬੈਂਡ ਸਕੋਰਸ ਮਿਲਣਗੇ। ਤੇ ਦੇਖਦੇ ਇਹ ਵਾਲਾ ਜਿਹੜਾ ਪਾਈ ਚਾਰਟ ਹੈ ਮੈਂ ਇਹਦੇ ਵਿੱਚ ਜਸਟ ਇੱਕ ਲਾਈਨ ਤੋਂ ਬਣਾਇਆ ਮੈਂ ਵੀ ਜਿਹੜਾ ਮੈਕਸੀਮਮ ਚੀਜ਼ ਆ ਉਹਦੇ ਬਾਰੇ ਵੀ ਆਸਟ੍ਰੇਲੀਅਨ ਹਾਊਸ ਦੇ ਵਿੱਚ ਐਨਰਜੀ ਕਿੰਨੀ ਯੂਜ਼ ਕੀਤੀ ਜਾਂਦੀ ਹੈ ਹੀਟਿੰਗ ਦੇ ਵਿੱਚ ਮੈਕਸੀਮਮ ਐਨਰਜੀ ਯੂਜ਼ ਕੀਤੀ ਜਾਂਦੀ ਉਹਨੂੰ ਆਪਾਂ ਕਿਵੇਂ 4-5 ਡਿਫਰੈਂਟ ਤਰੀਕਿਆਂ ਨਾਲ ਲਿਖ ਸਕਦੇ ਹਾਂ, ਉਹਦੇ ਬਾਰੇ ਇਹ ਵੀਡੀਓ ਹੈਗੀ ਹੈ। ਅਤੇ ਨਾਲ ਦੀ ਲਾਸਟ 'ਤੇ ਮੈਂ ਤੁਹਾਨੂੰ ਇਹ ਦੱਸੂੰਗੀ ਵੀ ਆਪਾਂ 42% ਨੂੰ ਕੀ ਕਹਿੰਦੇ ਆ, 30% ਨੂੰ ਆਪਾਂ ਕੀ ਕਹਿੰਦੇ, 15% ਨੂੰ ਆਪਾਂ ਕੀ ਕਹਿੰਦੇ, ਇਹਨੂੰ ਅਲੱਗ ਹੋਰ ਕਿਵੇਂ ਲਿਖ ਸਕਦੇ ਹਾਂ ਆਪਾਂ। ਅਤੇ ਵੀਡੀਓ ਸਟਾਰਟ ਕਰਦੇ ਹਾਂ। ਦੇਖੋ ਫਸਟ ਜਿਹੜਾ ਹੈਗਾ ਹੈ ਵੀ ਆਪਾਂ ਨੂੰ ਪਤਾ ਹੈ ਵੀ ਆਸਟ੍ਰੇਲੀਅਨ ਹਾਊਸ ਦੇ ਵਿੱਚ ਸਭ ਤੋਂ ਜ਼ਿਆਦਾ ਐਨਰਜੀ ਯੂਜ਼ ਕੀਤੀ ਜਾਂਦੀ ਹੀਟਿੰਗ ਦੇ ਲਈ। ਅਤੇ ਆਪਾਂ ਇਹਨੂੰ ਇੱਦਾਂ ਲਿਖ ਸਕਦੇ ਹਾਂ, ਦ ਮੈਕਸੀਮਮ ਪ੍ਰਪੋਰਸ਼ਨ ਆਫ ਐਨਰਜੀ ਵਾਜ਼ ਯੂਟੀਲਾਈਜ਼ਡ ਫॉर ਹੀਟਿੰਗ ਵਿਦ 42%, ਕਿਉਂਕਿ ਇੱਥੇ ਕੀ ਆ ਹਾਊਸ ਹੋਲਡ ਇਜ਼ ਯੂਜ਼ਡ ਜਾਂ ਵਾਜ਼ ਯੂਜ਼ਡ, ਜਿਹੜਾ ਇੱਦਾਂ ਦਾ ਹੁੰਦਾ ਉਹਦੇ 'ਚ ਆਪਾਂ ਵਾਜ਼ ਜਾਂ ਇਜ਼ ਕੋਈ ਵੀ ਲਗਾ ਸਕਦੇ, ਪ੍ਰੈਜ਼ੈਂਟ ਜਾਂ ਪਾਸਟ ਦੋਨਾਂ ਵਿੱਚ ਦੱਸ ਸਕਦੇ ਹਾਂ। ਅਤੇ ਮੈਂ ਇਹਨੂੰ ਪਾਸਟ 'ਚ ਕਨਵਰਟ ਕੀਤਾ ਹੈ, ਪਾਸਟ 'ਚ ਲਿਖਿਆ ਮੈਂ ਸਾਰਾ। ਦ ਮੈਕਸੀਮਮ ਪ੍ਰਪੋਰਸ਼ਨ ਆਫ ਐਨਰਜੀ ਵਾਜ਼ ਯੂਟੀਲਾਈਜ਼ਡ ਫॉर ਹੀਟਿੰਗ ਵਿਦ 42%। 42% ਐਨਰਜੀ ਯੂਜ਼ ਕੀਤੀ ਗਈ ਸੀਗੀ ਹਾਊਸ ਹੋਲਡ ਦੇ ਵਿੱਚ, ਮੈਕਸੀਮਮ ਪ੍ਰਪੋਰਸ਼ਨ ਸੀ ਜਿਹੜੀ ਹੀਟਿੰਗ ਦੇ ਲਈ। ਫਿਰ ਨੈਕਸਟ ਲਾਈਨ ਦੇਖਦੇ ਆਪਾਂ, ਨੈਕਸਟ ਲਾਈਨ ਕਿਵੇਂ ਲਿਖੀ ਆ। people utilize the maximum ratio of electricity in heating with 42%। ਇੱਥੇ ਮੈਂ ਕੀ ਕੀਤਾ ਸੀ, ਪੈਸਿਵ ਬਣਾਇਆ ਸੀ, ਐਨਰਜੀ ਵਾਜ਼ ਯੂਟੀਲਾਈਜ਼ਡ। ਇੱਥੇ ਮੈਂ ਕੀ ਕੀਤਾ, ਐਕਟਿਵ ਬਣਾ ਦਿੱਤਾ, ਉਹਦਾ ਪਾਸਟ ਇੰਡੈਫੀਨੇਟ ਦਾ ਐਕਟਿਵ ਬਣਾ ਦਿੱਤਾ। ਪੀਪਲ ਯੂਟੀਲਾਈਜ਼ ਦ ਮੈਕਸੀਮਮ ਰੇਸ਼ੀਓ ਆਫ ਇਲੈਕਟ੍ਰੀਸਿਟੀ ਇਨ ਹੀਟਿੰਗ ਵਿਦ 42%। ਇੱਥੇ ਮੈਂ ਫॉर ਲਿਖਿਆ ਸੀ, ਇੱਥੇ ਮੈਂ ਇਨ ਲਿਖ ਦਿੱਤਾ ਵਿਦ 42%। ਨੈਕਸਟ ਲਾਈਨ ਦੇਖਦੇ ਕਿਵੇਂ ਬਣਾਈ ਹੈ। 42% ਐਨਰਜੀ people of Australia consumed for heating purposes ਇਹ ਕੱਟ ਦੇਣਾ, ਦੁਬਾਰਾ ਤੋਂ ਲਿਖਿਆ ਗਿਆ ਸੀ that was the highest, ਜਿਹੜੀ ਕਿ ਕਿਸੇ ਹਾਈਐਸਟ ਸੀਗੀ। 42% ਐਨਰਜੀ ਲੋਕਾਂ ਨੇ ਯੂਜ਼ ਕੀਤੀ ਹੀਟਿੰਗ ਪਰਪਸਿਸ ਦੇ ਲਈ, ਜਿਹੜੀ ਕਿ ਹਾਈਐਸਟ ਸੀ। ਮੈਕਸੀਮਮਸ ਦੀ ਜਗ੍ਹਾ 'ਤੇ ਮੈਂ ਕੀ ਕੀਤਾ, ਹਾਈਐਸਟ ਲਿਖ ਦਿੱਤਾ। ਇੱਥੇ ਆਪਾਂ ਲਿਖ ਸਕਦੇ 42% ਆਫ ਐਨਰਜੀ ਜਾਂ ਕੁਝ ਵੀ ਤੁਸੀਂ ਜੋ ਵੀ ਲਿਖਣਾ ਚਾਹੁੰਦੇ ਆ। 42% ਐਨਰਜੀ ਪੀਪਲ ਆਫ ਆਸਟ੍ਰੇਲੀਆ ਕੰਜ਼ਿਊਮਡ ਫॉर ਹੀਟਿੰਗ ਪਰਪਸਿਸ ਦੈਟ ਵਾਜ਼ ਦਾ ਹਾਈਐਸਟ। ਨੈਕਸਟ ਲਾਈਨ ਦੇਖਦੇ ਆਪਾਂ, ਮੋਸਟ ਆਫ ਪੀਪਲ ਪ੍ਰੈਫਰਡ ਟੂ ਯੂਟੀਲਾਈਜ਼ ਇਲੈਕਟ੍ਰੀਸਿਟੀ ਫॉर ਹੀਟਿੰਗ ਇਨ ਹਾਊਸਿਸ ਵਿਦ 42% ਦੈਟ ਵਾਜ਼ ਦਾ ਮੈਕਸੀਮਮ। ਮਤਲਬ ਜ਼ਿਆਦਾ ਲੋਕਾਂ ਨੇ ਪ੍ਰੈਫਰ ਕੀਤਾ ਇਲੈਕਟ੍ਰੀਸਿਟੀ ਨੂੰ ਯੂਜ਼ ਕਰਨ ਲਈ ਆਪਣੇ ਹਾਊਸਿਸ ਦੇ ਵਿੱਚ ਫॉर ਹੀਟਿੰਗ ਪਰਪਸਿਸ ਦੇ ਲਈ, ਜਿਹੜੀ ਕਿ ਸੀ 42% ਸੀਗੀ, ਜਿਹੜੀ ਕਿ ਮੈਕਸੀਮਮ ਸੀ। ਫਿਰ ਨੈਕਸਟ ਜਿਹੜੀ ਲਾਸਟ ਵਾਲੀ ਲਾਈਨ ਆ, ਪੀਪਲ ਗੇਵ ਮੋਸਟ ਪ੍ਰੈਫਰੈਂਸ ਟੂ ਯੂਜ਼ ਇਲੈਕਟ੍ਰੀਸਿਟੀ ਫॉर ਹੀਟਿੰਗ ਇਨ ਹਾਊਸ 42% ਦੈਟ ਵਾਜ਼ ਦਾ ਮੈਕਸੀਮਮ, ਜਿਹੜੀ ਕੀ ਸੀਗੀ ਮੈਕਸੀਮਮ ਸੀਗੀ ਹਾਊਸਿਸ ਦੇ ਵਿੱਚ ਯੂਜ਼ ਕੀਤੀ ਉਹਨਾਂ ਨੇ ਇਲੈਕਟ੍ਰੀਸਿਟੀ 42% ਸੀ ਜਿਹੜੀ। ਇੱਦਾਂ ਹੀ ਹੁਣ ਆਪਾਂ ਜੇ ਲੀਸਟ ਵਾਲੇ ਲਿਖਣੇ ਸੀ ਤਾਂ ਆਪਾਂ ਲੀਸਟ ਵਾਲੇ ਲਿਖ ਸਕਦੇ ਸੀਗੇ। ਲੀਸਟ ਇਹਦੇ ਵਿੱਚ ਕੀਤੀ ਸੀਗੀ ਕੂਲਿੰਗ ਦੇ ਲਈ, ਆਪਾਂ ਇੱਥੇ ਲਿਖ ਸਕਦੇ ਸੀ ਦਾ ਲੀਸਟ ਪ੍ਰਪੋਰਸ਼ਨ ਆਫ ਇਲੈਕਟ੍ਰੀਸਿਟੀ ਵਾਜ਼ ਯੂਟੀਲਾਈਜ਼ਡ ਫॉर ਕੂਲਿੰਗ ਵਿਦ 2%। ਪੀਪਲ ਯੂਟੀਲਾਈਜ਼ ਦ ਲੀਸਟ ਰੇਸ਼ੀਓ ਆਫ ਇਲੈਕਟ੍ਰੀਸਿਟੀ ਇਨ ਕੂਲਿੰਗ ਵਿਦ 2%। 2% energy people of Australia consumed for cooling purposes that was the minimum। The least people preferred to utilize electricity for cooling in houses with 2% that was the minimum। फिर यह people gave less or least preference to use electricity for cooling in houses 2% that was the minimum, ਜਿਹੜੇ ਕਿ ਸਭ ਤੋਂ ਘੱਟ ਸੀ। ਇੱਦਾਂ ਤੁਸੀਂ ਹੁਣ ਕੀ ਹੈ ਇਹਦੇ 'ਚ ਆਪਾਂ ਵੈਰਾਈਟੀ ਵੀ ਇਨਕਲੂਡ ਕਰ ਦਿੱਤੀ, ਆਪਾਂ ਨੇ ਅਲੱਗ-ਅਲੱਗ ਤਰੀਕੇ ਦੇ ਸੈਂਟੈਂਸ ਵੀ ਦੱਸ ਦਿੱਤੇ ਵੀ ਆਪਾਂ ਕਿਵੇਂ ਗ੍ਰਾਮਰ ਨੂੰ ਵੀ ਸਾਨੂੰ ਪਤਾ ਆ ਵੀ ਗ੍ਰਾਮਰ ਅਸੀਂ ਕਿਵੇਂ ਯੂਜ਼ ਕਰਨੀ ਹੈ, ਕਿਉਂਕਿ ਇੱਥੇ ਆਪਾਂ ਪੈਸਿਵ ਲਿਖਿਆ ਸੀ, ਇੱਥੇ ਆਪਾਂ ਐਕਟਿਵ ਲਿਖ ਦਿੱਤਾ। ਇੱਥੇ ਆਪਾਂ ਕੀ ਕੀਤਾ, ਪ੍ਰਪੋਰਸ਼ਨ ਪਹਿਲਾਂ ਲਿਖ ਲਿਆ, ਬਾਕੀ ਸਾਰੀ ਚੀਜ਼ ਬਾਅਦ 'ਚ ਲਿਖ ਦਿੱਤੀ। ਇੱਥੇ ਕੀ ਕੀਤਾ ਆਪਾਂ, ਦੈਟ ਵਾਜ਼ ਦਾ ਹਾਈਐਸਟ।
एग्जामिनर ਨੂੰ पता लग जाता कि ਆਪਾਂ ਨੂੰ ਆਉਂਦੇ ਆ ਵੀ ਕਿਵੇਂ ਕਿਵੇਂ ਆਪਾਂ ਸੈਂਟੈਂਸਸ ਬਣਾਉਣੇ ਆ ਕਿਵੇਂ ਕਿਵੇਂ ਟੈਂਸ ਲਿਖਣੇ ਆ ਆਪਾਂ ਨੂੰ ਪਤਾ ਹੈਗਾ। ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ 25% ਨੂੰ 70% ਨੂੰ ਕਿਵੇਂ ਆਪਾਂ ਲਿਖ ਸਕਦੇ ਆ। ਹੁਣ ਦੇਖਿਓ ਜਿਵੇਂ ਕੋਈ 25% 75% ਆ 75% ਇਹਨੂੰ ਆਪਾਂ ਕੀ ਆ 3 ਕੁਆਟਰ ਕਹਿੰਦੇ क्योंकि 25% ਕੀ ਹੁੰਦਾ 1 ਕੁਆਟਰ ਕਹਿੰਦੇ ਹੁੰਦੇ ਆਪਾਂ 25% ਨੂੰ ਜਿਵੇਂ ਇੱਥੇ 28% ਇੱਥੇ ਆਪਾਂ ਨੀਅਰਲੀ ਕਹਿ ਸਕਦੇ ਆ 1 ਕੁਆਟਰ 75% ਨੂੰ 3 ਕੁਆਟਰਸ ਕਹਿੰਦੇ ਆ। फिर उस तो बाद 50% आ उन्होंने हाफ प्रपोर्शन आप कह सकते हैं हाफ रेशो कह सकते हैं या फिर 2 क्वार्टर्स कह सकते हैं। जोड़ा 25% आ उन्होंने 1 क्वार्टर लिखा जाता है 1 क्वार्टर ऑफ इलैक्ट्रिसिटी वॉज यूजड। फिर 33% आ उन्होंने 1/3 प्रपोर्शन 1/3 रेशो 1/3 परसेंटेज। फिर 66% आ उन्होंने आप 2/3 प्रपोर्शन 2/3 रेशो 2/3 परसेंट। फिर 10% आ उन्होंने 1 फोल्ड आप कह सकते हैं क्योंकि 100 जोड़ा होंगे उन्होंने 10 फोल्ड आप कहने तो 10% आप 1 फोल्ड कह सकते हैं। जो 20% आ उन्होंने 1/5 कह सकते हैं क्योंकि 100 का 5वां हिस्सा होंगे या फिर आप 2 फोल्ड्स कह सकते हैं उन्होंने। फिर उस तो बाद होंगे 15% ਨੂੰ 1/6 प्रपोर्शन कह सकते हैं या फिर 1/6 रेशो कह सकते हैं। फिर आ गया अपने को 30% इनू 2/6 प्रपोर्शन कह सकते हैं या फिर ऑलमोस्ट 1/3। जिमें हुण कोई चीज़ 75% है जिमें इत्थे लिखा जां अपने को आ गई जिमें मैं कह देवां 75% की जगह पर 78% आ गया आप कह सकते ऑलमोस्ट 3 क्वार्टर्स। जे 80% है आप कह सकते हैं 2 फोल्ड इत्थे आप क्या सीगा 1/5 उत्थे आप लिख सकते हैं 3/4 कुछ इदा ठीक है। फिर 50% इन्हों हाफ प्रपोर्शन नहीं कहोगे 25% जिमें 26% आ क्वार्टर 26% हो गया या 24% हो गया नियरली क्वार्टर या फिर क्या ऑलमोस्ट क्वार्टर। फिर 33% जिमें 35% हो गया ऑलमोस्ट 1/3 प्रपोर्शन। 66% है 67 हो गया उत्थे आप ऑलमोस्ट 2% 2/3 प्रपोर्शन। अप्रॉक्सीमेटली 2/3 प्रपोर्शन 11% है अप्रॉक्सीमेटली 1 फोल्ड अप्रॉक्सीमेटली ऑलमोस्ट 1 फोल्ड 20% ਨੂੰ अप्रॉक्सीमेटली 1/5 21% जो लिखा है। फिर ਜਾਂ फिर आप लिख सकते हैं अप्रॉक्सीमेटली 2 फोल्ड्स 15% या 16% है उन्होंने की लिख सकते हैं 1/6 ऑलमोस्ट 1/6 अप्रॉक्सीमेटली 1/6 31% है उन्होंने आप लिख सकते हैं 2/6 या फिर की आप लिख सकते हैं ऑलमोस्ट 1/3 ठीक है। इवें आप लिख सकते हैं कि इवें आप आंसर दे सकते हैं। जो तुहानूं ये चीज़ां हरेक बारी नहीं लिख सकते आप हमेशा प्रपोर्शन नहीं लिख सकते उसकी जगह पर आप ये वाले वर्ड्स यूज़ कर सकते हैं वाले फ्रेजेस यूज़ कर सकते हैं अपने बैंड स्कोर्स को इंप्रूव करने के लिए। जे तुहानूं मेरी वीडियो वधिया लगी तो इनू लाइक कर दिओ शेयर कर दिओ अपने फ्रेंड्स के नाल जिहड़े भी आइल्स कर रहे हैं या फिर जिन्होंने आइल्स एग्जामिनेशन देनी है। जे तुसीं अजे तक मेरा चैनल नहीं सबसक्राइब किया सबसक्राइब कर लो इनू नाल दी नाल बैल आइकन प्रेस कर दो ताकि मैं जदों भी कोई नवी वीडियो अपलोड करा तुहानूं नोटिफिकेशन मिल जाए। तुसीं मैनूं अपना प्रीशियस टाइम दिता आई एम वेरी ग्लैड टू यू गाइज एंड हैव अ नाइस डे।